ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਦੇ ਉੱਤੇ ਆਪਾਂ ਜੀਕੇ ਦੇ ਸਬਜੈਕਟ ਜਿਹੜੇ ਕਿ 30 ਨੰਬਰ ਤੇ 20 ਨੰਬਰ ਦੀ 30 ਨੰਬਰ ਦੀ ਜੀਕੇ ਆਉਣੀ ਸੀ ਤੇ 20 ਨੰਬਰ ਦੀ ਆਪਣੀ ਪੰਜਾਬ ਜੀਕੇ ਆਉਣੀ ਸੀ, ਉਹਦੀ ਤਿਆਰੀ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਥਿਊਰੀ ਪਲੱਸ MCQ ਕਰ ਰਹੇ ਹਾਂ। ਸੋ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੀਆਂ ਵੀਡੀਓਜ਼ ਜਾ ਕੇ ਦੇਖ ਸਕਦੇ ਹੋ ਕਿ ਅਗਰ ਤੁਹਾਨੂੰ ਵਧੀਆ ਲੱਗੇ ਕੰਟੈਂਟ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਆਪਾਂ ਤਿਆਰੀ ਕਰ ਰਹੇ ਹਾਂ। ਜੇਕਰ ਵਧੀਆ ਲੱਗੇ ਤਾਂ ਤੁਸੀਂ ਫੋਲੋ ਕਰ ਸਕਦੇ ਹੋ। ਹੁਣ ਆਪਾਂ ਦੇਖਦੇ ਹਾਂ ਜੀ ਅੱਜ ਦਾ ਜਿਹੜਾ ਵਿਸ਼ਾ ਆਪਣਾ ਕੀ ਹੈ ਜੀ ਕਲਾਸ ਦਾ, ਕਿਉਂਕਿ ਬਾਰ-ਬਾਰ ਨਾ ਮੈਨੂੰ ਕੁਝ ਆਪਣੇ ਦੋਸਤਾਂ ਦੇ ਮੈਸੇਜ ਆ ਰਹੇ ਸੀ ਕਿ ਜਿਹੜਾ ਹੁਣ ਟਾਈਪਿੰਗ ਟੈਸਟ ਹੋਣਾ ਵਾ 2021 ਦੇ ਵਿੱਚ 2021 ਦੇ ਜਿਹੜੀ ਆਪਣੀ ਹੋਈ ਸੀ, ਠੀਕ ਆ ਜੀ, ਆਪਣਾ ਰਿਟਨ ਐਗਜ਼ਾਮ ਹੋਇਆ ਸੀ PSSB ਕਲਰਕ 17 18 19 ਨੰਬਰ ਐਡਵਰਟਾਈਜ਼ਮੈਂਟ ਦਾ। ਉਹਦੀ ਜੋ ਆਪਾਂ ਦੇਖਿਆ ਕਿ 22 ਜੁਲਾਈ ਤੋਂ ਟਾਈਪਿੰਗ ਟੈਸਟ ਸ਼ੁਰੂ ਹੋ ਜਾਣਗੇ। ਠੀਕ ਆ, ਹੁਣ 2-4 ਦਿਨ ਦੇ ਵਿੱਚ ਹੋ ਸਕਦਾ ਵਾ ਕਿ ਬੋਰਡ ਦੀ ਵੈਬਸਾਈਟ ਦੇ ਉੱਤੇ ਉਹਦਾ ਪੂਰਾ ਸ਼ੈਡਿਊਲ ਇਹ ਅਪਲੋਡ ਕਰ ਦੇਣਗੇ ਕਿ ਕਿਹੜੇ ਕਿੰਨੇ ਨੰਬਰ ਵਾਲੇ ਨੂੰ ਬੁਲਾਇਆ ਜਾਊਗਾ ਤਾਂ ਕਿਹੜੇ ਦਿਨ ਬੁਲਾਇਆ ਜਾਊਗਾ। ਹੁਣ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖਣੀ ਆ, ਹੁਣ ਜੇਕਰ ਅੱਜ ਆਪਾਂ ਗੱਲ ਕਰੀਏ ਤਾਂ ਅੱਜ ਆਪਣੀ 14 ਜੁਲਾਈ ਹੋ ਗਈ। ਠੀਕ ਆ, ਸੋ ਲਗਭਗ 8 ਤੋਂ 10 ਦਿਨ ਆਪਣੇ ਕੋਲੇ ਅਜੇ ਵੀ ਹੈਗੇ ਨੇ ਕਿ ਇਹਨਾਂ 8-10 ਦਿਨਾਂ ਦੇ ਵਿੱਚ ਆਪਾਂ ਕਿਹੜੀਆਂ ਗਲਤੀਆਂ ਤੋਂ ਬਚਣਾ ਵਾ ਤੇ ਕਿਹੜੀ ਆਪਾਂ ਚੀਜ਼ ਕਰਨੀ ਆ ਜਿਹਦੇ ਨਾਲ ਕਿ ਆਪਾਂ ਨੂੰ ਥੋੜਾ ਜਿਹਾ ਕੌਨਫੀਡੈਂਸ ਮਿਲੇ। ਠੀਕ ਹੈ ਜੀ, ਦੇਖੋ ਸਭ ਤੋਂ ਪਹਿਲਾਂ ਦੇਖੋ ਜੀ, ਜਿਨ੍ਹਾਂ ਦੀ ਵੀ ਇਸ ਟਾਈਮ ਦੇ ਉੱਤੇ ਸਪੀਡ, ਚਾਹੇ ਤੁਹਾਡੀ ਸਪੀਡ 30 ਆ ਰਹੀ ਆ, ਚਾਹੇ ਤੁਹਾਡੀ 35 ਆ ਰਹੀ ਆ, 40 ਆ ਰਹੀ ਆ, ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਕਿ ਜਿੰਨੇ ਵੀ ਗੁਰਮੁਖੀ ਦੇ ਵਰਡ ਨੇ ਚਾਹੇ ਉਹ ਦੂਸਰੇ ਨੇ, ਚਾਹੇ ਆਪਣੇ ਸਵਰ ਅੱਖਰ ਨੇ, ਚਾਹੇ ਆਪਣੇ ਜਿਹੜੇ ਦੂਸਰੇ ਆਲਟ ਕੋਡ ਦੇ ਨਾਲ ਜਾਂ ਸਪੈਸ਼ਲ ਸਿੰਬਲ ਪੈਂਦੇ ਨੇ ਜਾਂ ਆਪਣੇ ਗੁਰਮੁਖੀ ਦੇ ਨਮੈਰਿਕ ਪੈਂਦੇ ਨੇ, ਇਹਨਾਂ ਸਾਰਿਆਂ ਦੀ ਤੁਸੀਂ ਕੀ ਕਰਨੀ ਆ ਜੀ, ਪ੍ਰੈਕਟਿਸ ਕਰਨੀ ਆ। ਕਿਸ ਤਰ੍ਹਾਂ ਕਰਨੀ ਆ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਤੁਸੀਂ ਆਨਲਾਈਨ ਤਾਂ ਟਾਈਪਿੰਗ ਕਰ ਹੀ ਰਹੇ ਹੋ। ਆਨਲਾਈਨ ਟਾਈਪਿੰਗ ਤੁਸੀਂ ਇਸ ਟਾਈਮ ਸਾਰੇ ਜਾਣੇ ਕਰ ਰਹੇ ਹੋ। ਠੀਕ ਹੈ, ਚੰਕ ਵੀ ਲਾ ਰਹੇ ਹੋਵੋਗੇ ਤੇ ਪੈਰਾਗ੍ਰਾਫ ਵੀ ਲਾ ਰਹੇ ਹੋਵੋਗੇ। ਸੋ ਜ਼ਿਆਦਾਤਰ ਉਮੀਦ ਇਹੀ ਹੈ ਕਿ ਚੰਕ ਸਿਸਟਮ ਹੀ ਆਏਗਾ, ਪਰ ਨਾਲ ਤੁਸੀਂ ਵਿੱਚ ਦੀ 1-2 ਪੈਰਾਗ੍ਰਾਫ ਵੀ ਜ਼ਰੂਰ ਲਗਾਇਆ ਕਰੋ। ਠੀਕ ਆ, ਇਹ ਤੁਸੀਂ ਕਰ ਰਹੇ ਹੋ। ਇੱਕ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਰੈਸਟ ਦੇਣੀ ਆ, 5 ਤੋਂ 10 ਮਿੰਟ ਦੀ ਰੈਸਟ ਦੇ ਕੇ ਤੁਸੀਂ ਮੰਨ ਲਓ 2 ਪੈਰੇ ਤੁਸੀਂ ਲਾ ਚੁੱਕੇ ਹੋ ਇੰਗਲਿਸ਼ ਤੇ ਪੰਜਾਬੀ ਦੇ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, 5 ਤੋਂ 10 ਮਿੰਟ ਜਾਂ 15 ਮਿੰਟ ਦੀ ਰੈਸਟ ਤੋਂ ਬਾਅਦ ਅਗਲੇ 2 ਪੈਰੇ ਲਾਉਣੇ ਆ। ਲਗਾਤਾਰ ਪੈਰੇ ਨਹੀਂ ਲਾਉਣੇ, ਕਿਉਂਕਿ ਫਿਰ ਤੁਹਾਡੀ ਸਪੀਡ ਗਿਰੇਗੀ ਜਾਂ ਐਕੂਰੇਸੀ ਘਟੇਗੀ, ਉਹਦੇ ਨਾਲ ਤੁਹਾਡਾ ਕੌਨਫੀਡੈਂਸ ਡਾਊਨ ਜਾਏਗਾ। ਹੁਣ ਹੋਰ ਦੇਖੋ ਜੀ ਕੀ ਕਰਨਾ ਤੁਸੀਂ, ਇਹ ਵਰਡ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਕਿ ਇਹ ਵਰਡ ਤੁਸੀਂ ਪਾਉਣੇ ਨੇ। ਦੇਖੋ ਹੁਣ ਆ ਨਾ, ਮੈਂ ਵਰਡ ਫਾਈਲ ਤੁਹਾਨੂੰ ਉਹਦੇ ਉੱਤੇ ਸ਼ੇਅਰ ਕਰ ਦੂੰਗਾ। ਇਹਦੇ ਤੁਸੀਂ ਥੱਲੇ ਟਾਈਪ ਕਰਨਾ ਵਾ ਡੇਲੀ, 7 ਤੋਂ 8 ਦਿਨ ਤੁਸੀਂ ਡੇਲੀ ਇਹ ਟਾਈਪ ਕਰਨਾ। ਟਾਈਪ ਕਰਨ ਦਾ ਮਕਸਦ ਇਹੀ ਆ ਕਿ ਇਹਦੇ ਵਿੱਚ ਕੁਝ ਅੱਖਰ ਸਮਟਾਈਮ ਇਦਾਂ ਹੁੰਦਾ ਕਿ ਆਪਾਂ ਪੈਰਾ ਲਾ ਰਹੇ ਹੁੰਦੇ ਆ ਤੇ ਜ਼ਿਆਦਾ ਇਹਦਾ ਬੈਨੀਫਿਟ ਤੁਹਾਨੂੰ ਕਿਹਦੇ ਵਿੱਚ ਹੋਏਗਾ। ਦੇਖੋ ਜੀ, ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ। ਆ ਦੇਖੋ ਜੀ, ਹੁਣ ਕਈ ਵਾਰ ਇਦਾਂ ਹੁੰਦਾ ਵਾ ਕਿ ਇਹੋ ਜਿਹੇ ਅੱਖਰ ਹੁੰਦੇ ਨੇ ਜਿਹੜੇ ਕਿ ਆਪਾਂ 2-4 ਮੰਨ ਲਓ ਆਪਾਂ 2-3 ਦਿਨ ਪੈਰਾ ਲਾਇਆ ਤੇ ਉਹਦੇ ਵਿੱਚ ਕੁਝ ਸਿੰਬਲ ਯੂਜ਼ ਹੀ ਨਹੀਂ ਹੋਏ। ਉਹਦੇ ਨਾਲ ਇਦਾਂ ਵਾ ਕਿ ਥੋੜੀ ਜਿਹੀ ਆਪਣੀ ਪ੍ਰੈਕਟਿਸ ਦਾ ਫਰਕ ਪੈਂਦਾ ਵਾ। ਸੋ ਇਹਦੇ ਨਾਲ ਜੇਕਰ ਤੁਸੀਂ ਨਾਲ ਦੀ ਨਾਲ ਹੀ ਟਾਈਪ ਇੱਕ ਵਾਰੀ, ਕੋਈ ਖਾਸ ਜ਼ਿਆਦਾ ਟਾਈਮ ਨਹੀਂ ਲੱਗਦਾ, 10 ਤੋਂ 15 ਮਿੰਟ ਦਾ ਹੀ ਟਾਈਮ ਦੇਣਾ ਪੈਣਾ ਤੁਹਾਨੂੰ। 10-15 ਮਿੰਟ ਦੇ ਵਿੱਚ ਤੁਸੀਂ ਸਾਰੇ ਇਹਨੂੰ ਬਹੁਤ ਵਾਰੀ ਲਿਖ ਸਕਦੇ ਹੋ। ਠੀਕ ਆ, ਸੋ 10-15 ਮਿੰਟ ਲਗਾਤਾਰ ਟਾਈਪ ਕਰਨਾ ਵਾ ਤੁਸੀਂ। ਆ ਦੇਖੋ ਜੀ, ਆ ਪੂਰਾ ਊੜੇ ਤੋਂ ਲੈ ਕੇ ਤੁਸੀਂ ਰਾੜੇ ਤੱਕ ਲਿਖਣਾ ਵਾ। ਫਿਰ ਤੁਸੀਂ ਜਿਹੜੇ ਬਾਕੀ ਦੇ ਜਿਹੜੇ ਪੈਰ 'ਚ ਬਿੰਦੀ ਵਾਲੇ ਅੱਖਰ ਹੁੰਦੇ ਨੇ, ਇਹਨਾਂ ਨੂੰ ਤੁਸੀਂ ਬਾਰ-ਬਾਰ ਤੁਸੀਂ ਟਾਈਪ ਕਰਨਾ ਵਾ, ਇਹਦੇ ਥੱਲੇ ਟਾਈਪ ਕਰਨਾ। ਇਹਦੇ ਨਾਲ ਤੁਹਾਡਾ ਖੁਦ ਦਾ ਕੌਨਫੀਡੈਂਸ ਬਣੇਗਾ ਕਿ ਹਾਂ, ਕਿਉਂਕਿ ਹੁਣ ਬਹੁਤ ਸਾਰੇ ਕੈਂਡੀਡੇਟ ਇਸ ਨੂੰ ਲੈ ਕੇ ਪਰੇਸ਼ਾਨ ਨੇ ਕਿ ਪੈਰਾ ਪਤਾ ਨਹੀਂ ਕਿੰਨਾ ਔਖਾ ਆ ਜਾਏਗਾ, ਕੀ ਆ ਜਾਏਗਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਗੁਰਮੁਖੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਟਾਈਪਿੰਗ ਰਾਵੀ ਫੌਂਟ ਦੇ ਵਿੱਚ ਤੁਸੀਂ ਅੱਖਰ ਸਿੱਖ ਚੁੱਕੇ ਹੋ, ਸਾਰਾ ਕੁਝ ਸਿੱਖ ਚੁੱਕੇ ਹੋ। ਤੁਹਾਡੀ ਅਗਰ 30 ਵੀ ਸਪੀਡ ਆ ਰਹੀ ਹੈ ਇਸ ਟਾਈਮ, ਤੁਸੀਂ ਖੁਦ ਦੇਖੋ ਨਾ ਇੱਕ ਵਾਰੀ ਕਿ ਉਹਦੇ ਵਿੱਚ ਉਹ ਗੁਰਮੁਖੀ ਤੋਂ ਬਾਹਰ ਥੋੜੀ ਅੱਖਰ ਕੋਈ ਪਾ ਦੇਣਗੇ। ਮੰਨ ਲਓ ਗੁਰਮੁਖੀ ਦੇ ਅੱਖਰ ਤਾਂ ਤੁਹਾਨੂੰ ਸਾਰੇ ਆਉਂਦੇ ਹੀ ਨੇ, ਕਿ ਤੁਹਾਨੂੰ ਪੰਜਾਬੀ ਦੇ ਹੁਣ ਤੁਹਾਨੂੰ ਸਾਰੇ ਅੱਖਰ ਆਉਂਦੇ ਨੇ। ਠੀਕ ਆ, ਸੋ ਇਹਦੇ ਵਿੱਚ ਹੁਣ ਜ਼ਿਆਦਾ ਤੁਸੀਂ ਪਰੇਸ਼ਾਨ ਨਹੀਂ ਹੋਣਾ। ਇਹਦੇ ਵਿੱਚ ਹੁਣ ਜਿੰਨੀ ਤੁਹਾਡੀ ਸਪੀਡ ਹੈਗੀ ਸੀ ਰਹੇਗੀ, ਕੋਈ ਦਿੱਕਤ ਵਾਲੀ ਗੱਲ ਨਹੀਂ, ਵਧੇਗੀ ਹੀ, ਨਹੀਂ ਘਟੇਗੀ। ਠੀਕ ਆ, ਬਸ ਆਪਦੇ ਆਪ ਨੂੰ ਕੌਨਫੀਡੈਂਟ ਰਹਿਣਾ ਵਾ, ਡਰਨਾ ਨਹੀਂ, ਘਬਰਾਉਣਾ ਨਹੀਂ। ਇੱਕ ਤੁਸੀਂ ਆਪਣੀ ਟਾਈਪਿੰਗ ਸਾਊਂਡ ਲਾ ਕੇ ਪ੍ਰੈਕਟਿਸ ਕਰਨੀ ਆ। ਠੀਕ ਆ, ਟਾਈਪਿੰਗ ਦੀ ਸਾਊਂਡ ਲਾਓ, ਉਹ ਲਾ ਕੇ ਜ਼ਰੂਰ ਪ੍ਰੈਕਟਿਸ ਕਰਨੀ ਆ, ਕਿਉਂਕਿ ਉੱਥੇ ਥੋੜਾ ਬਹੁਤ ਫਰਕ ਇਹ ਚੀਜ਼ ਦਾ ਪੈਂਦਾ ਵਾ। ਬਾਕੀ ਜੇ ਤੁਸੀਂ ਆਪਣੇ ਟਾਈਪਿੰਗ ਸੈਂਟਰ ਕੋਈ ਜੁਆਇਨ ਕੀਤਾ ਹੋਇਆ ਤਾਂ ਉਹ ਬਹੁਤ ਹੀ ਵਧੀਆ ਰਹੇਗਾ ਕਿ ਜੇਕਰ ਤੁਹਾਡੇ ਨੇੜੇ ਤੇੜੇ ਕੋਈ ਟਾਈਪਿੰਗ ਸੈਂਟਰ ਆ, 8-10 ਦਿਨ ਤੁਸੀਂ ਟਾਈਪਿੰਗ ਸੈਂਟਰ ਲੱਗ ਸਕਦੇ ਹੋ, ਜਿਹਦੇ ਨਾਲ ਕਿ ਤੁਹਾਡੀ ਇੱਕ ਤਰ੍ਹਾਂ ਨਾਲ ਜੱਕ ਖੁੱਲ੍ਹ ਜਾਏਗੀ ਕਿ ਹਾਂ, ਇੱਥੇ ਇਕੱਠੇ ਬੈਠ ਕੇ ਆਪਣੇ ਲਗਾ ਰਹੇ ਹੋ ਤੇ ਮਾਹੌਲ ਜਿਹਾ ਉਹੋ ਜਿਹਾ ਬਣ ਜਾਂਦਾ ਵਾ। ਹੁਣ ਦੇਖੋ ਜੀ, ਆ ਸਾਰੇ ਅੱਖਰ ਮੈਂ ਤੁਹਾਡੇ ਇਹਦੇ ਵਿੱਚ ਐਡ ਕੀਤੇ ਹੋਏ ਆ। ਵਰਡ ਫਾਈਲ ਮੈਂ ਤੁਹਾਨੂੰ ਉਹਦੇ ਤੇ ਸ਼ੇਅਰ ਕਰ ਦਾਂਗਾ। ਆ ਦੇਖੋ, ਹੁਣ ਮੇਨ ਪ੍ਰੋਬਲਮ ਹੁੰਦੀ ਆ ਪੈਰ 'ਚ ਅੱਖਰ ਵਾਲੇ ਆ, ਇਹਦੇ ਵਿੱਚ ਨਾ ਥੋੜੀ ਜਿਹੀ ਸਪੀਡ ਇਹ ਡਾਊਨ ਕਰਦੇ ਹੁੰਦੇ ਆ। ਪਰ ਜੇਕਰ ਤੁਸੀਂ ਡੇਲੀ ਇਹਦੀ ਪ੍ਰੈਕਟਿਸ ਕਰੋਗੇ ਕਿ ਪੈਰ ਦੇ ਵਿੱਚ ਅੱਖਰ ਪੈਂਦਾ ਜਾਂ ਆਪਣਾ ਵਾਹਵਾ ਪੈਂਦਾ ਵਾ, ਉੱਥੇ ਜੇਕਰ ਤੁਹਾਨੂੰ ਕੋਈ ਆਏਗਾ ਇਸਦਾ ਤਾਂ ਉਹਦਾ ਤੁਹਾਨੂੰ ਜ਼ਿਆਦਾ ਇਫੈਕਟ ਨਹੀਂ ਪਏਗਾ। ਕਿ ਸਿੰਬਲ ਜੇ ਥੋੜੇ ਜਿਹੇ ਜ਼ਿਆਦਾ ਵੀ ਆ ਜਾਣਗੇ ਜਦ ਤੁਹਾਡੇ ਹੱਥ ਚੜੇ ਹੋਏ ਨੇ, ਫਿਰ ਕੋਈ ਦਿੱਕਤ ਨਹੀਂ ਆਏਗੀ। ਠੀਕ ਆ, ਤਾਂ ਤੁਹਾਡਾ ਮਾਈਂਡ ਆਪਣੇ ਆਪ ਨੂੰ ਰੀਡ ਕਰੇਗਾ। ਹੁਣ ਦੇਖੋ ਜੀ, ਆਹ ਸਾਰਾ ਮੈਂ ਕੀਤਾ ਹੋਇਆ ਤੇ ਨਾਲ ਹੀ ਆ ਦੇਖੋ ਸਾਰੇ, ਚਾਹੇ ਉਹ ਘਨੌੜਾ, ਹੋੜਾ, ਆਪਣੀ ਟਿੱਪੀ ਹੋ ਗਈ ਆ, ਅੱਧਕ ਹੋ ਗਿਆ, ਠੀਕ ਆ, ਬਿੰਦੀ ਹੋ ਗਈ ਆ, ਉਹ ਸਾਰੇ ਮੈਂ ਅਲੱਗ-ਅਲੱਗ ਵੀ ਤੁਹਾਨੂੰ ਨਾਲ ਦੀ ਨਾਲ ਮੈਂਸ਼ਨ ਕਰਕੇ ਇੱਥੇ ਦਿੱਤੇ ਹੋਇਆ। ਇਹਦੇ ਤੇ ਤੁਹਾਡੀ ਬਹੁਤ ਵਧੀਆ ਪ੍ਰੈਕਟਿਸ ਹੋਏਗੀ ਤਾਂ ਤੁਸੀਂ ਖੁਦ ਦੇਖੋਗੇ ਕਿ ਕੌਨਫੀਡੈਂਸ ਲੈਵਲ ਤੁਹਾਡਾ ਕਿੰਨਾ ਜਾਏਗਾ। ਹੁਣ ਦੇਖੋ ਜੀ,
ਆਹ ਚੀਜ਼ ਜ਼ਰੂਰ ਕਰਨੀ ਆ ਤੁਸੀਂ। ਇਹਦੇ ਵਿੱਚ ਨਾ ਤੁਸੀਂ ਅੱਖਰ ਲਿਖ ਲੈਣੇ ਆ ਜਿੱਦਾਂ ਕਿ ਮੈਂ ਇੱਕ ਲਿਖੇ ਹੋਏ ਆ ਇਹਦੇ ਵਿੱਚ, ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਉਲਟਾ ਫੁਲਟਾ ਕੇ ਲਿਖ ਲੈਣਾ ਵਾ। ਵਰਡ ਫਾਈਲ ਆ, ਇਹਦੇ ਵਿੱਚ ਕੋਈ ਹੋ ਨਹੀਂਗਾ, ਆ ਸਾਰੇ ਅੱਖਰ ਲਿਖੇ ਹੋਏ ਨੇ। ਕਿਉਂਕਿ ਪਿਛਲੀ ਵਾਰ ਨਾ ਇੱਕ ਪੈਰਾ ਆ ਗਿਆ ਸੀ ਇਸ ਤਰ੍ਹਾਂ ਦਾ ਸੇਮ ਟੂ ਸੇਮ, ਜਿਹੜਾ ਮੈਂ ਆਹ ਲਿਖਿਆ ਹੋਇਆ ਨਾ ਇਸ ਤਰ੍ਹਾਂ ਦਾ ਪੈਰਾ ਆਇਆ ਸੀ, ਉਹ ਵੀ ਕਿਸੇ ਦੇ ਵਿੱਚ ਸਪੇਸ ਪਾਤੀ ਸੀ, ਕਿਸੇ ਦੇ ਵਿੱਚ ਸਪੇਸ ਨਹੀਂ ਪਾਈ ਸੀ। ਸੋ ਇਹ ਸਪੀਡ ਡਾਊਨ ਕਰਦਾ ਵਾ। ਸੋ ਇਹਨੂੰ ਜਦੋਂ ਆਪਾਂ ਲਗਾਤਾਰ ਲਿਖਦੇ ਆ ਉਦੋਂ ਕੋਈ ਇਸ਼ੂ ਨਹੀਂ ਹੁੰਦਾਗਾ, ਬਟ ਜਦੋਂ ਇਹ ਚੀਜ਼ ਆਊਗਾ ਤਾਂ ਥੋੜੀ ਜਿਹੀ ਸਪੀਡ ਡਾਊਨ ਹੋਏਗੀ। ਪਰ ਜੇ ਤੁਹਾਡੀ ਪ੍ਰੈਕਟਿਸ ਪਹਿਲਾਂ ਤੋਂ ਇਹ ਕੀਤੀ ਹੋਏਗੀ, ਠੀਕ ਹੈ, ਇਹਨੂੰ ਤੁਸੀਂ ਲਿਖੋ 3-3 4-4 ਵਾਰੀ ਲਿਖੋ ਥੱਲੇ ਉਲਟਾ ਫਲਟਾ ਕੇ ਅੱਖਰ। ਜਿਵੇਂ ਕਿ ਮੰਨ ਲਓ ਪਹਿਲੀ ਲਾਈਨ ਇੱਥੇ ਲਿਖੀ ਹੋਈ ਆ, ਅਗਲੀ ਵਾਰ ਤੁਹਾਡੇ ਇਹਦੇ ਵਿੱਚ ਆ ਦੂਜੀ ਲਾਈਨ ਨੂੰ ਉੱਪਰ ਕਰ ਦਿਓ, ਪਿੱਛੋਂ ਲਿਖਣਾ ਸ਼ੁਰੂ ਕਰ ਦਿਓ, ਪਿੱਛੋਂ ਵਾਲੇ ਅੱਖਰ ਅੱਗੇ ਕਰ ਦਿਓ। ਇਹਦੇ ਨਾਲ ਤੁਹਾਡਾ ਇੱਕ ਤਰ੍ਹਾਂ ਨਾਲ ਇੱਕ ਕੌਨਫੀਡੈਂਸ ਲੈਵਲ ਹੀ ਹੈ ਕਿ ਘਰੇ ਤੁਹਾਡਾ ਬਹੁਤ ਵਧੀਆ ਬਣ ਜਾਏਗਾ। ਉੱਥੇ ਜਾ ਕੇ ਜਿਹੋ ਜਿਹਾ ਮਰਜ਼ੀ ਪਹਿਰਾ ਆ ਜਾਵੇ, ਤੁਹਾਨੂੰ ਸੋਚਣ ਦੀ ਲੋੜ ਨਾ ਪਵੇ ਕਿ ਯਾਰ ਇਹ ਵਾਲੀ ਚੀਜ਼ ਕੀ ਆ ਗਈ ਹੋਈ ਆ, ਠੀਕ ਆ। ਸੋ ਬਾਕੀ ਅੱਗੇ ਦੇਖਦੇ ਹਾਂ ਜੀ ਆਪਾਂ। ਹੁਣ ਮੈਂ ਸਾਰੇ ਦੇ ਸਾਰੇ ਸਿੰਬਲ ਜਿਹੜੇ ਮੋਸਟ ਇੰਪੋਰਟੈਂਟ ਬਣਦੇ ਨੇ, ਵੈਸੇ ਤੁਹਾਡੇ ਕੋਲ ਸਿੰਬਲਸ ਦੀ ਸਾਰੀ ਲਿਸਟ ਪਈ ਹੋਈ ਆ, ਪਰ ਇਹਦੇ ਵਿੱਚ ਜਿਹੜੇ ਮੈਂ 40-41 ਸਿੰਬਲ ਐਡ ਕੀਤੇ ਨੇ, ਇਹ ਮੋਸਟ ਇੰਪੋਰਟੈਂਟ ਨੇ, ਜਿਹੜੇ ਕਿ ਜ਼ਿਆਦਾਤਰ ਯੂਜ਼ ਹੁੰਦੇ ਨੇ ਗੁਰਮੁਖੀ 'ਚ। ਆਹ ਦੇਖੋ ਜੀ, ਹੁਣ ਵਿਸਮਿਕ ਚਿੰਨ੍ਹ ਯੂਜ਼ ਹੋਊਗਾ, ਡਬਲ ਕੋਮੇ ਹੋ ਗਏ, ਸਿੰਗਲ ਕੋਮੇ ਹੋ ਗਏ, ਠੀਕ ਆ। ਘੁੰਡੀਦਾਰ, ਹੁਣ ਇਹਦੇ ਉੱਤੇ ਘੁੰਡੀਦਾਰ ਥੋੜੇ ਜਿਹੇ ਹੋਰ ਹਿਸਾਬ ਦੇ ਪੈਂਦੇ ਨੇ, ਪਰ ਜੇ ਤੁਸੀਂ ਵਰਡ ਦੇ ਨੋਟਪੈਡ ਦੇ ਉੱਤੇ ਤਾਂ ਦੂਸਰੇ ਪਾਓਗੇ ਤਾਂ ਤੁਹਾਡੇ ਦੂਸਰੇ ਉਹ ਕੋਮੇ ਪੈ ਜਾਣਗੇ, ਠੀਕ ਆ, ਇਸ ਤਰ੍ਹਾਂ ਕਰਕੇ ਵਾਲੇ। ਸੋ ਇਹ ਸਾਰੇ ਆ ਦੇਖੋ ਜੀ, ਦਬਿੰਦੀ ਹੋ ਗਈ, ਬਿੰਦੀ ਕੋਮਾ ਹੋ ਗਿਆ, ਬੈਕ ਸਲੈਸ਼, ਫਾਰਵਰਡ ਸਲੈਸ਼ ਹੋ ਗਈ, ਪ੍ਰਸ਼ਨ ਚਿੰਨ੍ਹ ਹੋ ਗਿਆ, ਹੈਸ਼ ਚਿੰਨ੍ਹ ਵੀ ਯੂਜ਼ ਹੋ ਸਕਦਾ, ਡਾਲਰ ਦਾ ਸਾਈਨ ਅਗਰ ਮੰਨ ਲਓ ਕੋਈ ਉਹਨਾਂ ਨੇ ਪਾਉਣਾ ਹੋਇਆ ਤਾਂ ਆ ਵੀ ਸਕਦਾ, ਕੋਈ ਵੱਡੀ ਗੱਲ ਨਹੀਂ। ਐਂਡ ਦਾ ਸਾਈਨ ਹੋ ਗਿਆ, ਵੈਸੇ ਇਹ ਜ਼ਿਆਦਾ ਨਹੀਂ ਆਉਂਦਾ, ਪਰਸੈਂਟ ਦਾ ਸਾਈਨ ਆ ਸਕਦਾ ਵਾ ਤੁਹਾਨੂੰ, ਬ੍ਰੈਕਟ ਆ ਸਕਦੀ ਆ, ਹੁਣ ਵੱਡੀ ਕਰਲੀ ਬ੍ਰੈਕਟ ਵੀ ਆ ਸਕਦੀ ਆ, ਹੈ ਨਾ। ਜਿੱਦਾਂ ਕਿ ਜੇਕਰ ਤੁਹਾਨੂੰ ਇਹਦੇ ਥੋੜ੍ਹੇ ਜਿਹੇ ਘੱਟ ਚਾਂਸ ਨੇ ਜਿਹੜੇ ਕਿ 1/2 1/, ਪਰ ਫਿਰ ਵੀ ਤੁਸੀਂ ਪ੍ਰੈਕਟਿਸ ਕਰੋ ਆਪਣੀ। ਤੁਹਾਡੇ ਕੋਲ ਸਾਰੀ ਲਿਸਟ ਪਈ ਆ। ਡਿਗਰੀ ਦਾ ਸਾਈਨ ਤੁਹਾਨੂੰ ਆ ਸਕਦਾ ਵਾ ਕਿ ਇੰਨੇ ਡਿਗਰੀ ਸੈਲਸੀਅਸ, ਕੋਈ ਇਦਾਂ ਦਾ ਪਹਿਰਾ ਆ ਸਕਦਾ, ਮੌਸਮ ਤੇ ਪਹਿਰਾ ਆ ਗਿਆ, ਉਹਦੇ ਵਿੱਚ ਵਾਰ-ਵਾਰ ਤੁਹਾਡਾ ਡਿਗਰੀ ਵਾਰ-ਵਾਰ ਤੁਹਾਡਾ ਡਿਗਰੀ ਯੂਜ਼ ਹੋਇਆ ਤਾਂ ਤੁਹਾਨੂੰ ਥੋੜੀ ਜਿਹੀ ਦਿੱਕਤ ਹੋ ਸਕਦੀ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਨਾ ਤੁਸੀਂ ਆਪਣਾ ਪੂਰਾ ਜਿੰਨੇ ਵੀ ਮੈਂ ਸਿੰਬਲ ਇਹਦੇ ਵਿੱਚ ਐਡ ਕੀਤੇ ਨੇ, ਇਹ ਸਾਰੇ ਤੁਸੀਂ ਚੰਗੀ ਤਰ੍ਹਾਂ ਕਰ ਲਓ। ਇਹਦਾ ਬੈਨੀਫਿਟ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਹੋਵੇਗਾ। ਇਹਦੇ ਬਸ ਥੱਲੇ ਟਾਈਪ ਕਰੀ ਜਾਣਾ, ਜਿੱਦਾਂ ਕਿ ਆਹ ਤਾਂ ਜ਼ਿਆਦਾ ਯੂਜ਼ ਨਹੀਂ ਹੁੰਦਾ। ਕੋਈ ਵੀ ਆਪਾਂ ਦੇਖੋ ਹਨਾ, ਗੁਰਮੁਖੀ ਦੇ ਵੀ ਮੈਂ ਤੁਹਾਨੂੰ ਜਿਹੜੇ ਹੁੰਦੇ ਆ ਕੀ ਹੁੰਦੇ ਨੇ, ਤੁਸੀਂ ਜ਼ਿਆਦਾਤਰ ਡਰ ਰਹੇ ਹੋ ਕਿ ਗੁਰਮੁਖੀ ਦੇ ਜੇਕਰ ਜ਼ਿਆਦਾ ਆਪਣੇ ਨੁਮੈਰਿਕ ਆ ਗਏ ਫੇਰ ਕੀ ਕਰਾਂਗੇ। ਦੇਖੋ ਜੀ, ਕਿੱਥੇ ਤੱਕ ਯਾਦ ਕਰਨੇ ਆਪਾਂ, 0 ਤੋਂ ਲੈ ਕੇ 9 ਤੱਕ ਹੀ ਯਾਦ ਕਰਨੇ ਨੇ ਨਾ। ਕੋਈ ਅੱਖਰ ਆਊਗਾ ਤਾਂ 1900 ਇਸ ਤੋਂ ਬਾਹਰ ਥੋੜੀ ਆ ਜਾਊਗਾ, 1995 ਆ ਜਾਵੇ, ਚਾਹੇ 2001 ਆ ਗਿਆ। ਐਕਚੁਅਲ 'ਚ ਦੇਖੀਏ ਤਾਂ 0 ਤੋਂ 9 ਹੀ ਯਾਦ ਕਰਨੇ ਪਏ ਆ। ਅਬਲੀ ਤਾਂ ਤੁਹਾਡੇ ਸਾਰਿਆਂ ਦਾ ਯਾਦ ਹੀ ਹੋਣਗੇ। ਫਿਰ ਵੀ ਜੇਕਰ ਤੁਸੀਂ ਦੇਖੋਗੇ ਕਿ ਇਹਨੂੰ ਤੁਸੀਂ ਬਾਰ-ਬਾਰ ਟਾਈਪ ਕਰੋਗੇ ਨਾ ਥੱਲੇ, ਤਾਂ ਇਹਦੇ ਨਾਲ ਤੁਹਾਡੀ ਇੱਕ ਰੂਟੀਨ ਬਣ ਜਾਏਗੀ। ਬਸ ਇੱਕ ਚੀਜ਼ ਦੀ ਧਿਆਨ ਰੱਖਣਾ, ਜਦੋਂ ਤੁਸੀਂ ਆਲਟ ਦੇ ਨਾਲ ਕੋਈ ਵੀ ਕੋਡ ਪਾਉਂਦੇ ਹੋ ਜਾਂ ਵੈਸੇ ਪਾਉਂਦੇ ਹੋ, ਤਾਂ ਜਿਹੜੀ ਮੰਨ ਲਓ ਇੱਕ ਉਂਗਲ ਤੁਹਾਡਾ ਇੱਕ ਹੱਥ ਯੂਜ਼ ਹੋਇਆ ਤਾਂ ਦੂਜੇ ਹੱਥ ਨੂੰ ਕੋਸ਼ਿਸ਼ ਕਰੋ ਕਿ ਜਿੱਥੇ ਤੁਹਾਡੀ ਟਿੱਕੀ ਹੋਈ ਆ ਉਂਗਲ, ਠੀਕ ਆ, ਉੱਥੇ ਹੀ ਰੱਖਣਾ ਵਾ ਤੁਹਾਡਾ, ਠੀਕ ਆ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਵਾ। ਆ ਦੇਖੋ ਹੁਣ ਸਾਰੇ ਮੈਂ ਐਡ ਕੀਤੇ ਹੋਏ ਨੇ, ਇਹ ਸਾਰੇ ਤੁਸੀਂ ਚੰਗੀ ਤਰ੍ਹਾਂ ਕਰ ਲਓ, ਠੀਕ ਆ ਜੀ। ਸੋ ਇਹ ਮੈਂ ਵਰਡ ਦੇ ਉੱਤੇ ਫਾਈਲ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ। ਸੋ ਇਹਦੇ ਨਾਲ ਹੀ ਤੁਹਾਡੀ ਸਪੀਡ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਤੇ ਕੌਨਫੀਡੈਂਸ ਮਿਲੇਗਾ ਕਿ ਉੱਥੇ ਅਗਰ ਕੋਈ ਇਦਾਂ ਦਾ ਪਹਿਰਾ, ਜਿੱਦਾਂ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਮੌਸਮ ਦੇ ਉੱਤੇ ਪਹਿਰਾ ਆ ਗਿਆ, ਤੁਹਾਨੂੰ ਇਹਦਾ ਡਿਗਰੀ ਦਾ ਕੋਡ ਨਹੀਂ ਯਾਦਗਾ। ਮੰਨ ਲਓ ਤੁਸੀਂ ਪਹਿਰੇ ਲਗਾ ਰਹੇ ਹੋ, ਤੁਹਾਨੂੰ ਡਿਗਰੀ ਦਾ ਕੋਡ ਨਹੀਂ ਆ ਰਿਹਾ, ਠੀਕ ਆ। ਤੁਸੀਂ ਬਹੁਤ ਟਾਈਮ ਪਹਿਲਾਂ ਕੋਈ ਮੌਸਮ ਦੇ ਉੱਤੇ ਪਹਿਰਾ ਲਾਇਆ ਸੀ, ਉਹ ਤੇ ਡਿਗਰੀ ਦਾ ਸਾਈਨ ਸੀਗਾ, ਤੇ ਇਸ ਵਾਰ ਤੁਹਾਡੇ ਹੁਣ ਦਿੱਕਤ ਹੋ ਗਈ, ਪਰੇਸ਼ਾਨੀ ਹੋ ਗਈ, ਤਾਂ ਉਸ ਤੋਂ ਬਾਅਦ ਇਹੀ ਚੀਜ਼ ਤੁਹਾਨੂੰ ਇਹਦਾ ਲਾਉਣ ਦਾ ਹੀ ਫਾਇਦਾ ਹੋਏਗਾ। ਤੇ ਕੋਈ ਵੀ ਉੱਥੇ ਸਿੰਬਲ ਜੇਕਰ ਬਾਰ-ਬਾਰ ਰਿਪੀਟ ਹੋ ਕੇ ਆਊਗਾ ਵੀ ਤਾਂ ਤੁਹਾਨੂੰ ਬੈਨੀਫਿਟ ਹੋਏਗਾ। ਬਾਕੀ ਤੁਹਾਨੂੰ ਮੈਂ ਦੱਸਿਆ ਕਿ ਆਨਲਾਈਨ ਤੁਸੀਂ ਟਾਈਪਿੰਗ ਕਰੀ ਜਾਣੀ ਆ, ਆਨਲਾਈਨ ਟਾਈਪਿੰਗ ਕਰਨੀ ਬੰਦ ਨਹੀਂ ਕਰਨੀ। ਹੁਣ ਕੁਝ ਕੈਂਡੀਡੇਟ ਕਹਿ ਰਹੇ ਕਿ ਆਫਲਾਈਨ ਕਿੰਨਾ ਟਾਈਮ ਲੱਗੇ। ਆਫਲਾਈਨ ਹੁਣ ਰਹਿਣ ਦਿਓ, ਤੁਸੀਂ ਆਫਲਾਈਨ ਨਾ ਲਾਓ। ਜੇ ਤੁਸੀਂ ਆਫਲਾਈਨ ਲਾਉਣਾ ਹੀ ਹੈ ਤਾਂ ਤੁਹਾਨੂੰ ਮੈਂ ਦੱਸਿਆ ਕਿ ਸਿਰਫ ਇਹਦੇ ਥੱਲੇ ਵਰਡ ਦੇ ਉੱਤੇ ਸਾਰੇ ਅੱਖਰ ਜਿੰਨੇ ਵੀ ਗੁਰਮੁਖੀ ਦੇ, ਚਾਹੇ ਨੁਮੈਰਿਕ ਹੋ ਗਏ ਚਾਹੇ ਹੋਗੇ, ਉਹਨਾਂ ਨੂੰ ਅਲੱਗ ਤੋਂ ਟਾਈਪ ਕਰਨਾ ਜ਼ਰੂਰ ਸ਼ੁਰੂ ਕਰੋ, ਠੀਕ ਆ। ਸੋ 7-8 ਦਿਨ 10 ਦਿਨ ਹੈਗੇ ਨੇ, ਹੋ ਸਕਦਾ ਤੁਹਾਡੇ 15 ਦਿਨ ਵੀ ਮਿਲ ਜਾਣ। ਟਾਈਪਿੰਗ ਟੈਸਟ ਲੇਟ ਵੀ ਹੋ ਜਾਵੇ, ਨੰਬਰ ਵਾਈਜ਼ ਹੋਵੇ ਜਾਂ ਕੈਟਾਗਰੀ ਵਾਈਜ਼ ਹੋਵੇ, ਤਾਂ ਇਹ ਚੱਲੇਗਾ ਮੇਰੇ ਅਕੋਰਡਿੰਗ 7-8 ਦਿਨ 10 ਦਿਨ ਟਾਈਪਿੰਗ ਟੈਸਟ ਚੱਲੇਗਾ, ਜੇਕਰ 17,000 ਬੱਚਿਆਂ ਦਾ ਇਹਨਾਂ ਨੇ ਟੈਸਟ ਲੈਣਾ ਹੋਇਆ। ਸੋ ਇਹੀ ਚੀਜ਼ ਆ ਜੀ, ਆਨਲਾਈਨ ਆਪਦੀ ਟਾਈਪਿੰਗ ਕਰੋ। ਤੇ ਜ਼ਿਆਦਾ ਵੀ ਤੁਸੀਂ, ਜੇਕਰ ਤੁਹਾਡੀ ਸਪੀਡ ਬਹੁਤ ਵਧੀਆ 40 ਦੇ ਨੇੜੇ ਤੇੜੇ ਤੁਹਾਡੀ ਸਪੀਡ ਹੈਗੀ ਆ, ਤਾਂ ਇਹਦਾ ਮਤਲਬ ਇਹ ਨਹੀਂ ਤੁਸੀਂ ਕਿ 7-8 ਘੰਟੇ ਤੁਸੀਂ ਟਾਈਪ ਕਰਨਾ। ਤੁਸੀਂ ਆਪਣਾ ਵਧੀਆ ਆਰਾਮ ਦੇ ਨਾਲ 4 ਪਹਿਰੇ ਲਾ ਲਓ, 6 ਲਾ ਲਓ, 8 ਲਾ ਲਓ, ਬਸ ਇੰਨੇ ਕੁ ਪਹਿਰੇ ਲਾ ਕੇ ਤੁਸੀਂ ਨਾਲ ਇਹਦਾ ਅਭਿਆਸ ਕਰੋ। ਇਹਦੇ ਅਭਿਆਸ ਦਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਇਹੀ ਬੈਨੀਫਿਟ ਹੋਏਗਾ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਉੱਥੇ ਥੋੜੇ ਜਿਹੇ ਸਿੰਬਲ ਵੱਧ ਆ ਗਏ। ਕਿਉਂਕਿ ਮੈਂ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਜਿੰਨੇ ਮਰਜ਼ੀ ਪਹਿਰੇ ਲਾ ਲਓ, ਆਨਲਾਈਨ ਪਹਿਰੇ ਜਿੰਨੇ ਮਰਜ਼ੀ ਲਾ ਲਓ, ਜੇਕਰ ਤੁਹਾਨੂੰ ਸਾਰੇ ਅੱਖਰ ਹੀ ਯਾਦ ਹੋ ਗਏ, ਸਾਰੇ ਅੱਖਰਾਂ ਦੀ ਪ੍ਰੈਕਟਿਸ ਤੁਸੀਂ 7 ਦਿਨ 8 ਦਿਨ 10 ਦਿਨ ਕਰ ਲਈ, ਤਾਂ ਉੱਥੇ ਤਾਂ ਆਪਾਂ ਐਕਚੁਅਲ ਦੇ ਵਿੱਚ ਤਾਂ ਆਪਾਂ ਵਰਡ ਹੀ ਪਾਉਣੇ ਆ ਨਾ। ਐਕਚੁਅਲ ਦੇ ਵਿੱਚ ਜਿਹੜਾ ਮਰਜ਼ੀ ਵਰਡ ਆ ਜਾਵੇ, ਉੱਥੇ ਆਪਾਂ ਨੂੰ ਵੈਸੇ ਤਾਂ ਆਪਣਾ ਫਲੋ ਆਨਲਾਈਨ ਦੇ ਉੱਤੇ ਬਣਿਆ ਹੀ ਹੋਇਆ ਵਾ। ਸੋ ਉੱਥੇ ਇਹੀ ਚੀਜ਼ ਦਾ ਡਰ ਹੁੰਦਾ ਵਾ ਕਿ ਜੇਕਰ ਕੋਈ ਚੀਜ਼ ਜ਼ਿਆਦਾ ਆ ਗਈ ਤਾਂ ਉਹਦੇ ਲਈ ਤੁਸੀਂ ਉੱਥੇ ਕਿਤੇ ਘਬਰਾ ਨਾ ਜਾਓ ਕਿ ਹਾਂ ਇਹ ਚੀਜ਼ ਮੈਨੂੰ ਚੇਤਾ ਭੁੱਲ ਗਈ। ਚੇਤਾ ਤੁਹਾਨੂੰ ਕਦੇ ਵੀ ਨਹੀਂ ਭੁੱਲੂਗਾ ਜੇਕਰ ਤੁਸੀਂ ਉਹਦੀ ਪੂਰੀ ਬੇਸਿਕ ਤੋਂ ਪ੍ਰੈਕਟਿਸ ਕੀਤੀ ਹੋਈ ਹੈ। ਬਾਕੀ ਆ ਸਾਰਾ ਐਡ ਕੀਤਾ ਹੋਇਆ। ਬਾਕੀ ਤੁਹਾਡੇ ਕੋਲ ਬੁੱਕ ਵੀ ਹੋਏਗੀ, ਸਾਰਾ ਕੁਝ ਹੋਏਗਾ। ਬਸ ਮੈਂ ਇਹੀ ਚੀਜ਼ ਕਰਕੇ ਬਾਰ-ਬਾਰ ਤੁਹਾਨੂੰ ਕਹਿ ਰਿਹਾ ਮੈਂ ਕਿ ਇਸ ਟਾਈਮ ਆਫਲਾਈਨ ਲਗਾਉਣੀ ਬੰਦ ਕਰ ਸਕਦੇ ਹੋ। ਆਫਲਾਈਨ ਦੀ ਜਗ੍ਹਾ ਦੇ ਉੱਤੇ ਤੁਸੀਂ ਇਹਨੂੰ ਲਗਾਓ। ਹੁਣ ਜਿਹੜੇ ਕੈਂਡੀਡੇਟਸ ਦੇ, ਕੁਝ ਕੈਂਡੀਡੇਟ ਦੇ ਮੈਸੇਜ ਆ ਰਹੇ ਨੇ
ਕਿ ਜ਼ਿਆਦਾ ਉਹਨਾਂ ਦੀ ਸਪੀਡ ਮਤਲਬ ਕਿ ਸਪੀਡ ਉਹਨਾਂ ਦੀ 30 ਦੇ ਨੇੜੇ ਤੇੜ ਰੁਕ ਗਈ ਆ, ਮਤਲਬ 30 ਦੀ ਕਿਸੇ ਪੈਰੇ ਦੀ 30 ਆ ਜਾਂਦੀ ਆ, ਕਿਸੇ ਦੀ 27 28 ਆਉਂਦੀ ਆ, ਕਿਸੇ ਦੀ 30 32 ਆ ਜਾਂਦੀ ਆ। ਉਹਨਾਂ ਨੂੰ ਮੇਰੀ ਇਹੀ ਸਲਾਹ ਵਾ ਕਿ ਕੌਨਫੀਡੈਂਟ ਰਹੋ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਗੀ, ਕੋਈ ਉਹ ਨਹੀਂਗਾ, ਕੌਨਫੀਡੈਂਟ ਰਹੋ ਤੇ ਤੁਸੀਂ ਕੋਸ਼ਿਸ਼ ਕਰੋ। ਕੋਸ਼ਿਸ਼ ਕੀ ਕਰਨੀ ਆ, ਜੇਕਰ ਤੁਹਾਡੀ ਮੰਨ ਲਓ ਕਿ 30 ਦੀ ਸਪੀਡ ਆ ਰਹੀ ਹੈ ਤੇ ਐਕੂਰੇਸੀ ਤੁਹਾਡੀ 99% ਜਾਂ 98% ਆ ਰਹੀ ਆ, ਇਹਦਾ ਮਤਲਬ ਕਿ ਤੁਸੀਂ ਬੈਕ ਸਪੇਸ ਦਾ ਥੋੜਾ ਜਿਹਾ ਯੂਜ਼ ਜ਼ਿਆਦਾ ਕਰ ਰਹੇ ਹੋ। ਕੋਸ਼ਿਸ਼ ਕਰੋ ਕਿ ਬੈਕ ਸਪੇਸ ਦਾ ਯੂਜ਼, ਕਿਉਂਕਿ ਉੱਥੇ ਅਗਰ ਟਾਈਪਿੰਗ ਟੈਸਟ ਦੇਖੀਏ ਤਾਂ ਆਪਾਂ 92% ਵਾਲਾ ਪਾਸ ਆ। ਸੋ ਬੈਕ ਸਪੇਸ ਦਾ ਯੂਜ਼ ਥੋੜਾ ਜਿਹਾ ਘੱਟ ਕਰ ਦਿਓ। ਉਹ ਵਾਲੇ ਕੈਂਡੀਡੇਟ ਜ਼ਿਆਦਾਤਰ ਐਕੂਰੇਸੀ ਤੇ ਫੋਕਸ ਕਰ ਰਹੇ ਆ, ਪਰ ਉੱਥੇ ਕੱਲੀ ਐਕੂਰੇਸੀ ਵੀ ਕੰਮ ਨਹੀਂ ਆਏਗੀ ਜੇਕਰ ਤੁਹਾਡੀ ਸਪੀਡ ਹੀ ਉੱਥੇ 29 ਰਹਿ ਗਈ। ਸੋ ਤੁਸੀਂ ਆਪਦੇ ਅਕੋਰਡਿੰਗ ਤੁਸੀਂ ਇਹਨੂੰ ਸੈੱਟ ਕਰਨਾ ਵਾ। ਸੋ ਜਿਹੜੇ ਕੈਂਡੀਡੇਟ ਦੀ ਇਸੇ ਤਰ੍ਹਾਂ ਮੈਂ ਜਿਹੜੇ ਦੂਸਰੇ ਕੈਂਡੀਡੇਟ ਜਿਨ੍ਹਾਂ ਦੀ 40+ ਸਪੀਡ ਆ ਰਹੀ ਆ, ਜਿਨ੍ਹਾਂ ਦੀ ਜੀ 40+ ਸਪੀਡ ਆ ਰਹੀ ਆ ਤੇ ਤੁਹਾਡੇ ਮੰਨ ਲਓ ਕਿ ਐਕੂਰੇਸੀ ਹੀ 94-95% ਆ ਰਹੀ ਆ, ਉਹ ਕੈਂਡੀਡੇਟ ਆਰਾਮ ਦੇ ਨਾਲ ਟਾਈਪ ਕਰੋ, ਕਿਉਂਕਿ ਉਹਨਾਂ ਲਈ ਐਕੂਰੇਸੀ ਬਹੁਤ ਮੈਟਰ ਕਰਦੀ ਆ। ਉੱਥੇ 2-3 ਵਰਡ ਦੀ ਐਕੂਰੇਸੀ ਦਾ ਤੁਹਾਡਾ ਫਰਕ ਪੈ ਸਕਦਾ ਜੇ ਤੁਸੀਂ ਘਰੇ ਤੁਹਾਡੀ ਇਸ ਟਾਈਮ 94-95% ਆ ਰਹੀ ਆ। ਸੋ ਕੋਸ਼ਿਸ਼ ਇਹੀ ਕਰੋ ਆਪਦੇ ਅਕੋਰਡਿੰਗ, ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਇਹ ਚੀਜ਼ ਕਿ ਹਾਂ ਮੇਰੀ ਹਰੇਕ ਪੈਰੇ ਦੀ ਐਕੂਰੇਸੀ ਘਟ ਰਹੀ ਆ ਜਾਂ ਸਪੀਡ ਘਟ ਰਹੀ ਆ। ਇਹਦੇ ਦੋ ਹੀ ਕਾਰਨ ਨੇ, ਬੈਕ ਸਪੇਸ, ਇੱਕ ਬੈਕ ਸਪੇਸ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਿ ਤੁਹਾਡੀ ਸਪੀਡ ਵਧਾਉਂਦੀ ਆ ਤੇ ਘਟਾਉਂਦੀ ਆ। ਵੈਸੇ ਉਂਗਲਾਂ ਜਦੋਂ ਤੁਹਾਡੀਆਂ ਇੱਕ ਵਾਰ ਇਸ ਟਾਈਮ ਦੇ ਉੱਤੇ ਜਿਹੜੇ ਕੈਂਡੀਡੇਟ ਦੀ 30 ਦੇ ਨੇੜੇ ਤੇੜੇ ਸਪੀਡ ਆ, ਉਹਦੇ ਮਾਈਂਡ ਦੇ ਵਿੱਚ ਅੱਖਰ ਸਾਰੇ ਆ ਚੁੱਕੇ ਨੇ, ਠੀਕ ਆ। ਸੋ ਜਿੰਨੀ ਜ਼ਿਆਦਾ, ਕਿਉਂਕਿ ਉਹ ਬੈਕ ਸਪੇਸ ਦਾ ਜ਼ਿਆਦਾ ਯੂਜ਼ ਜਦੋਂ ਤੁਹਾਨੂੰ ਘਬਰਾਹਟ ਹੋਊਗੀ ਉਦੋਂ ਤੁਹਾਡਾ ਯੂਜ਼ ਹੁੰਦਾ ਵਾ ਬੈਕ ਸਪੇਸ, ਕਿ ਗਲਤ ਹੋ ਰਹੇ ਨੇ ਅੱਖਰ। ਸੋ ਇਹ ਚੀਜ਼ ਤੁਸੀਂ ਆਪਦੇ ਅਕੋਰਡਿੰਗ ਸੈੱਟ ਕਰਨੀ ਆ। ਜੇਕਰ ਤੁਹਾਡੀ ਸਪੀਡ ਘੱਟ ਆ ਰਹੀ ਆ, ਜੇਕਰ ਮੈਂ ਤੁਹਾਨੂੰ ਫੇਰ ਦੁਬਾਰਾ ਦੱਸ ਦਿਆਂ, ਠੀਕ ਹੈ, ਜੇਕਰ ਤੁਹਾਡੀ ਸਪੀਡ 30 ਦੇ ਆਸ-ਪਾਸ ਆ ਰਹੀ ਆ ਤਾਂ ਬੈਕ ਸਪੇਸ ਦਾ ਯੂਜ਼ ਘੱਟ ਕਰ ਦਿਓ। ਹੁਣੇ ਤੁਹਾਡੇ ਕੋਲ 7-8-10 ਦਿਨ ਹੈਗੇ ਆ, ਤੁਸੀਂ ਬੈਕ ਸਪੇਸ ਦਾ ਯੂਜ਼ ਘਟਾਓਗੇ ਤਾਂ ਸਪੀਡ ਆਪਣੇ ਆਪ ਇਨਕਰੀਜ਼ ਹੋਗੀ, ਇਹੀ ਸਪੀਡ ਤੁਹਾਡੀ 34-35 ਆਉਣ ਲੱਗ ਜਾਏਗੀ। ਫਿਰ ਦੇਖੋ ਕਿ ਜੇਕਰ ਤੁਸੀਂ ਬੈਕ ਸਪੇਸ ਦਾ ਯੂਜ਼ ਘੱਟ ਕੀਤਾ, ਕਿਤੇ ਐਕੂਰੇਸੀ 92 ਤੋਂ ਥੱਲੇ ਤਾਂ ਨਹੀਂ ਜਾ ਰਹੀ। ਜੇ ਥੱਲੇ ਜਾ ਰਹੀ ਆ ਫਿਰ ਆਪਦੇ ਅਕੋਰਡਿੰਗ ਤੁਸੀਂ ਸੈੱਟ ਕਰਦੀਆਂ ਕਿ ਕਿੰਨੀ ਕੁ ਬੈਕ ਸਪੇਸ ਯੂਜ਼ ਕਰਨੀ ਆ। ਤੇ ਜਿਹੜੇ ਕੈਂਡੀਡੇਟ ਦੀ ਇਸੇ ਤਰ੍ਹਾਂ 40+ ਸਪੀਡ ਆ ਰਹੀ ਆ, 40+ ਸਪੀਡ ਆ ਰਹੀ ਆ, ਜਿਹੜੇ ਕੈਂਡੀਡੇਟ ਦੀ 40+ ਆ ਰਹੀ ਆ, ਉਹਨੂੰ ਦੇਖਣਾ ਜੇਕਰ ਉਹਦੀ ਵਧੀਆ 97-98% ਐਕੂਰੇਸੀ ਆ ਰਹੀ ਆ, ਫਿਰ ਉਹ ਆਪਦੇ ਅਕੋਰਡਿੰਗ ਉਹ ਸੇਫ ਜ਼ੋਨ ਦੇ ਵਿੱਚ ਹੈਗਾ। ਸੇਫ ਜ਼ੋਨ ਦੇ ਵਿੱਚ ਮਤਲਬ ਆਹ ਵਾਲੀ ਪ੍ਰੈਕਟਿਸ ਜ਼ਰੂਰ ਕਰ ਲਵੇ। ਵੈਸੇ ਉਹ ਸੇਫ ਜ਼ੋਨ ਦੇ ਵਿੱਚ ਆ ਜੇਕਰ ਉਹ 40+ ਉਹਨਾਂ ਦੀ ਸਪੀਡ ਵਧੀਆ ਬਣ ਰਹੀ ਆ। ਸੋ ਸੇਫ ਦੇ ਵਿੱਚ ਮੈਂ ਬਾਰ-ਬਾਰ ਕਹਿ ਰਿਹਾ ਕਿ 30 ਵਾਲਾ ਬੱਚਾ ਵੀ ਉੱਥੇ ਟੈਸਟ ਕੱਢ ਸਕਦਾ। ਅਜੇ 8-10 ਦਿਨ ਹੈਗੇ ਆ, ਤੁਸੀਂ ਇਹ ਚੀਜ਼ ਫੋਲੋ ਕਰੋ, ਬੈਕ ਸਪੇਸ ਦਾ ਯੂਜ਼ ਘੱਟ ਕਰੋ, 40 ਵਾਲੇ ਆਪਦੀ ਐਕੂਰੇਸੀ ਦੇ ਅਕੋਰਡਿੰਗ ਹੀ ਬੈਕ ਸਪੇਸ ਦਾ ਯੂਜ਼ ਕਰੋ, ਠੀਕ ਹੈ ਜੀ। ਸੋ ਬਾਕੀ ਆਨਲਾਈਨ ਪੈਰੇ ਲਾਓ, ਅਗਰ ਸੈਂਟਰ ਹੋ ਸਕਦਾ ਵਾ ਤਾਂ ਸੈਂਟਰ ਜੁਆਇਨ ਕਰ ਲਓ, ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਜਾਂ ਨੇੜੇ ਹੈਗਾ ਵਾ ਸੈਂਟਰ, ਕਿਉਂਕਿ 8-10 ਦਿਨ ਤੁਸੀਂ ਸੈਂਟਰ ਲੱਗ ਜਾਓਗੇ ਤਾਂ ਤੁਹਾਨੂੰ ਇਹਦਾ ਬਹੁਤ ਬੈਨੀਫਿਟ ਦੇਖਣ ਨੂੰ ਮਿਲੇਗਾ ਜਦੋਂ ਤੁਸੀਂ ਐਕਚੁਅਲ ਐਗਜ਼ਾਮ ਦੇ ਵਿੱਚ ਐਗਜ਼ਾਮ ਦੇਣ ਜਾਓਗੇ ਤੁਸੀਂ, ਠੀਕ ਹੈ ਜੀ। ਬਾਕੀ ਠੀਕ ਹੈ ਜੀ, ਆਲ ਦੀ ਬੈਸਟ ਸਾਰੇ ਕੈਂਡੀਡੇਟਸ ਨੂੰ। ਬਹੁਤ ਜਲਦੀ ਹੀ ਸ਼ੈਡਿਊਲ ਇਹਦਾ ਆਪਣਾ ਟਾਈਪਿੰਗ ਟੈਸਟ ਦਾ ਆਪਣਾ ਆ ਜਾਏਗਾ ਬੋਰਡ ਦੀ ਵੈਬਸਾਈਟ ਦੇ ਉੱਤੇ। ਉਦੋਂ ਆਪਾਂ ਇੱਕ ਵੀਡੀਓ ਬਣਾ ਦੇਵਾਂਗੇ ਜੋ ਵੀ ਇੰਸਟਰਕਸ਼ਨਸ ਵਗੈਰਾ ਇਹਦੀਆਂ ਆਉਣਗੀਆਂ, ਠੀਕ ਹੈ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਾਂ ਅਪਡੇਟ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।